ਭਾਗਹੀਨ ਭ੍ਰਮ ਚੋਟਾਂ ਖਾਵਹੇ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਉ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਉ। ਮੱਗਰ ਮਾਹੇ ਸੁਹੰਦੀਆ। ਹਰਿ ਪਿਰ ਸੰਗ ਬੈਠੜੀਆ। ਤਿਨ ਕੀ ਸੋਭਾ ਕਿਆ ਗਣੀ। ਜੇ ਸਾਹਿਬ ਮੇਲੜੀਆ। ਤਿਨ ਕੀ ਸੋਭਾ ਕਿਆ ਗਣੀ। ਜੇ ਸਾਹਿਬ ਮੇਲੜੀਆ। ਹਰ ਗੁਣ ਪੜੀਐ। ਹਰ ਗੁਣ ਗੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਨੇ, ਗੁਰੂ ਸਾਹਿਬ ਜੀ ਨੇ ਸਾਡੇ ਉੱਪਰ ਤਰਸ ਕਰਕੇ ਸਾਨੂੰ ਸਾਧ ਸੰਗਤ ਬਖਸ਼ੀ ਹੈ। ਸੋ ਅੱਜ ਮੱਘਰ ਦੀ ਸੰਗਰਾਂਦ ਦਾ ਦਿਹਾੜਾ ਹੈ। ਅਸੀਂ ਸਾਰਿਆਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਆ ਕੇ ਹਾਜ਼ਰੀ ਭਰੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਤੇ। ਇਹ ਮੱਘਰ ਦਾ ਜੋ ਮਹੀਨਾ ਹੈ, ਇਹਦੇ ਵਿੱਚ ਸਰਬੱਤ ਦਾ ਹੀ ਭਲਾ ਹੋਵੇ। ਗੁਰੂ ਸਾਹਿਬ ਜੀ ਸਾਨੂੰ ਆਪਣੇ ਚਰਨਾਂ ਕਮਲਾਂ ਦਾ ਲਾਡ ਪਿਆਰ, ਬਾਣੀ ਅਤੇ ਬਾਣਾ ਬਖਸ਼ਿਸ਼ ਕਰਨ ਜੀ। ਸੋ ਆਓ ਮੱਘਰ ਮਹੀਨੇ ਦੀ ਵਿਚਾਰ ਦੀ ਆਰੰਭਤਾ ਕਰੀਏ। ਉਸ ਤੋਂ ਪ੍ਰਥਮ ਪਿਆਰ, ਅਦਬ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਮੱਘਰ ਦੇ ਮਹੀਨੇ ਦੇ ਪਰਥਾਏ ਸਾਨੂੰ ਉਪਦੇਸ਼ ਦਿੰਦੇ ਨੇ ਕਿ ਇਹ ਬੜੀ ਠੰਡੀ ਰੁੱਤ ਹੁੰਦੀ ਆ। ਮੱਘਰ ਮਾਹੇ ਸੁਹੰਦੀਆ। ਹਰਿ ਪਿਰ ਸੰਗ ਬੈਠੜੀਆ। ਮੱਘਰ ਦੇ ਮਹੀਨੇ ਦੇ ਵਿੱਚ ਉਹ ਆਤਮਾਵਾਂ, ਉਹ ਰੂਹਾਂ, ਉਹ ਸਰੀਰ ਸੋਭਨੀਕ ਹੁੰਦੇ ਨੇ, ਪਿਆਰੇ ਲੱਗਦੇ ਨੇ, ਚੰਗੇ ਲੱਗਦੇ ਨੇ, ਜਿਹੜੇ ਗੁਰੂ ਦਾ ਸੰਗ ਕਰਦੇ ਨੇ। ਹਰਿ ਪਿਰ ਸੰਗ ਬੈਠੜੀਆ। ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਦਿਲ, ਉਹਦੇ ਵਿੱਚ ਗੁਰੂ ਦੀ ਯਾਦ ਹੁੰਦੀ ਆ।
ਮੱਘਰ ਮਾਹੇ ਸੁਹੰਦੀਆ, ਹਰ ਪਿਰ ਸੰਗ ਬੈਠੜੀਆ। ਇਹ ਮੱਘਰ ਦੇ ਮਹੀਨੇ ਦੇ ਵਿੱਚ ਉਹੀ ਸੌਂਦੇ ਨੇ, ਸੋਹਣੇ ਲੱਗਦੇ ਨੇ। ਸਮਾਜ ਨੂੰ ਵੀ ਕਹਿ ਸਕਦੇ ਹਾਂ, ਪਰਿਵਾਰ ਨੂੰ ਵੀ ਕਹਿ ਸਕਦੇ ਹਾਂ, ਵਾਹਿਗੁਰੂ ਨੂੰ ਵੀ ਉਹ ਪਿਆਰੇ ਲੱਗਦੇ ਨੇ ਜਿਹੜੇ ਗੁਰੂ ਦੇ ਸੰਗ ਹੋ ਕੇ ਬਹਿੰਦੇ ਨੇ। ਕੋਲੇ ਹੋ ਕੇ ਬਹਿਣ ਦੇ ਅਰਥ ਕੀ ਨੇ? ਦੇਖੋ, ਜਿਵੇਂ ਕਿ ਸਾਡੇ ਮਨ ਦੇ ਵਿੱਚ ਬਹੁਤੀਆਂ ਚੀਜ਼ਾਂ ਦੀ ਯਾਦ ਚੱਲਦੀ ਆ, ਭਾਵੇਂ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ। ਬਹੁਤੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਯਾਦ ਸਾਡੇ ਅੰਦਰ ਪਈ ਆ। ਉਹ ਕੁਝ ਬੀਤੇ ਸਮੇਂ ਦੀਆਂ ਯਾਦਾਂ ਨੇ, ਕੁਝ ਹੋਇਆ ਸੀ, ਕਈਆਂ ਚੀਜ਼ਾਂ ਨੂੰ ਅਸੀਂ ਅੰਦਰ ਮੰਨਿਆ ਹੋਇਆ ਆਪਣਾ, ਉਹਨਾਂ ਦੀ ਯਾਦ ਵਾਰ-ਵਾਰ ਆਉਂਦੀ ਆ। ਕਿਉਂਕਿ ਮਨ ਵਿੱਚ ਉਹੀ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਿਆ ਸੀ ਜਾਂ ਆਪਣਾ ਮੰਨਿਆ ਹੈ। ਫਿਰ ਉਹਨਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ, ਉਹ ਚਿੱਤ ਦੇ ਵਿੱਚ, ਚੇਤੇ ਦੇ ਵਿੱਚ ਆਪੇ ਹੀ ਆਉਂਦੀਆਂ ਨੇ। ਗੁਰੂ ਸਾਹਿਬ ਜੀ ਇਹੀ ਕਹਿੰਦੇ ਨੇ, ਮੱਘਰ ਦਾ ਮਹੀਨਾ ਇਹ ਠੰਡੀ ਰੁੱਤ ਹੈ, ਮਿੱਠੀ ਰੁੱਤ ਹੈ। ਇਹਦੇ ਵਿੱਚ ਇਕਾਗਰਤਾ ਬਣਨੀ, ਗਰਮੀਆਂ ਦੇ ਨਾਲੋਂ ਸਰੀਰਕ ਦਾ ਤਾਪਮਾਨ ਜਿਹੜਾ ਸਹੀ ਹੋ ਜਾਂਦਾ, ਬਹੁਤ ਅਭਿਆਸੀਆਂ ਲਈ ਇੱਕ ਚੰਗਾ ਮੌਸਮ ਹੈ। ਕਿਉਂਕਿ ਗਰਮੀਆਂ ਦੇ ਵਿੱਚ ਜਿਵੇਂ ਪੱਖੇ ਦੀ ਆਵਾਜ਼ ਹੁੰਦੀ ਆ, ਕੂਲਰ ਦੀ ਆਵਾਜ਼ ਹੁੰਦੀ ਆ, ਇਹ ਮੌਸਮ ਬਿਲਕੁਲ ਸ਼ਾਂਤ ਹੈ। ਇਕਾਗਰਤਾ ਇਹਦੇ ਵਿੱਚ ਜ਼ਿਆਦਾ ਬਣਦੀ ਆ ਐਜ਼ ਏ ਕੰਪੇਅਰ ਟੂ ਗਰਮੀਆਂ, ਉਹਨਾਂ ਦੀ ਤੁਲਨਾ ਦੇ ਵਿੱਚ। ਤਾਂ ਇਸ ਕਰਕੇ ਸਾਡੇ ਮਨ ਦੇ ਵਿੱਚ ਜਿਹੜੀਆਂ ਚੀਜ਼ਾਂ ਹਨ, ਉਹਨਾਂ ਦੀ ਵਾਰ-ਵਾਰ ਯਾਦ ਆਉਣੀ, ਇਹ ਇਸ ਗੱਲ ਦਾ ਸਬੂਤ ਨੇ ਕਿ ਅਸੀਂ ਉਹਨਾਂ ਨੂੰ ਆਪਣਾ ਮੰਨਿਆ। ਮਹਾਂਪੁਰਸ਼ ਸਨ ਕੋਈ ਰੱਬ ਦੇ ਪਿਆਰੇ। ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ, ਗੁਲਿਸਤਾਂ, ਉਹਦੇ ਵਿੱਚ ਬੜੀਆਂ ਸਾਖੀਆਂ ਲਿਖੀਆਂ ਨੇ। ਇੱਕ ਨੌਜਵਾਨ ਚੱਗਿਆ ਚੱਲ ਕੇ ਕਹਿਣ ਲੱਗਾ, ਰੱਬ ਦੇ ਪਿਆਰਿਓ, ਮੈਂ ਪਰੇਸ਼ਾਨ ਹਾਂ, ਮੈਨੂੰ ਸੁਪਨੇ ਆਉਂਦੇ ਨੇ। ਦੇਖੋ, ਕਈ ਬੰਦੇ ਇੱਦਾਂ ਦੇ ਨੇ, ਉਹ ਜ਼ਿੰਦਗੀ ਤੋਂ ਪਰੇਸ਼ਾਨ ਨੇ। ਕਈ ਐਸੇ ਵੀ ਨੇ, ਉਹ ਸੁਪਨਿਆਂ ਤੋਂ ਵੀ ਪਰੇਸ਼ਾਨ ਨੇ। ਤਾਂ ਪੁੱਛਣ ਲੱਗੇ, ਤੈਨੂੰ ਕੀ ਪਰੇਸ਼ਾਨੀ ਆ? ਕਹਿਣ ਲੱਗਾ, ਇਹੀ ਜਦੋਂ ਮੈਂ ਸੌਂਦਾ ਹਾਂ ਮੈਨੂੰ ਇੱਕ ਸੁਪਨਾ ਆਉਂਦਾ, ਰੋਜ਼ ਹੀ ਆਉਂਦਾ। ਇੱਕ ਵੱਡਾ ਸਾਰਾ ਪੈਸਿਆਂ ਦਾ ਢੇਰ ਲੱਗਾ ਹੋਇਆ ਹੈ। ਮੈਂ ਜਦ ਉਹਦੇ ਨਜ਼ਦੀਕ ਹੁੰਨਾ, ਨੇੜੇ ਹੁੰਨਾ, ਇੱਕ ਹਵਾ ਦਾ ਬੁੱਲਾ ਆਉਂਦਾ, ਉਹ ਉੱਡ ਕੇ ਅੱਗੇ ਹੋ ਜਾਂਦੇ ਨੇ। ਮੈਂ ਫਿਰ ਅੱਗੇ ਜਾਂਦਾ, ਫਿਰ ਤੂਫਾਨ ਆਉਂਦਾ, ਹਨੇਰੀ ਆਉਂਦੀ, ਉਹ ਅੱਗੇ ਹੋ ਜਾਂਦੇ ਨੇ। ਮਹਾਂਪੁਰਸ਼ ਕਹਿੰਦੇ, ਫਿਰ ਤੇਰੇ ਲਈ ਦੁਆ ਕਰ ਦਿੰਦੇ ਹਾਂ ਕਿ ਤੈਨੂੰ ਸੁਪਨਾ ਨਾ ਆਵੇ। ਇੱਦਾਂ ਹੀ ਹੱਲ ਹੋਵੇਗਾ, ਤੈਨੂੰ ਕੋਈ ਸੁਪਨਾ ਨਾ ਆਵੇ। ਕਹਿੰਦਾ, ਨਹੀਂ ਜੀ, ਇਹ ਅਰਦਾਸ ਨਾ ਕਰੋ, ਕਰਨੀ ਹੈ ਤਾਂ ਇਹ ਕਰੋ, ਸੁਪਨਾ ਆਵੇ, ਉਹ ਢੇਰ ਵੀ ਹੋਵੇ ਪੈਸਿਆਂ ਦਾ, ਪਰ ਹਨੇਰੀ ਨਾ ਆਵੇ। ਸੁਪਨੇ ਦੇ ਵਿੱਚ ਜੋ ਹਨੇਰੀ ਆਉਂਦੀ ਆ, ਪੈਸਿਆਂ ਦਾ ਢੇਰ ਉੱਡਦਾ ਹੈ, ਮੈਥੋਂ ਦੂਰ ਜਾਂਦਾ, ਉਹ ਨਾ ਹੋਵੇ, ਸੁਪਨਾ ਆਵੇ, ਸੁਪਨਾ ਨਾ ਰੁਕੇ। ਤਾਂ ਕਹਿਣ ਦਾ ਭਾਵ ਇਹ ਹੈ, ਬੰਦੇ ਦੇ ਦਿਲ 'ਚ ਜੋ ਆ, ਜੋ ਅਸੀਂ ਸਾਰਾ ਦਿਨ ਦੱਬ ਲੈਂਦੇ ਹਾਂ, ਉਹਦੀਆਂ ਹੀ ਯਾਦਾਂ ਚੱਲਦੀਆਂ ਨੇ, ਉਹਦੇ ਹੀ ਸੁਪਨੇ ਸਾਨੂੰ ਆਉਂਦੇ ਨੇ। ਗੁਰੂ ਮਹਾਰਾਜ ਸਾਨੂੰ ਕਹਿ ਰਹੇ ਨੇ, ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆ। ਬੰਦੇ ਦੇ ਦਿਲ ਵਿੱਚ ਜੋ ਆ, ਬੰਦੇ ਦੇ ਮਨ 'ਚ ਜਿਹਦੀਆਂ ਯਾਦਾਂ ਚੱਲਦੀਆਂ ਨੇ, ਉਹ ਤਾਂ ਹੀ ਨੇ ਇਹਨੇ ਉਹਨੂੰ ਆਪਣਾ ਮੰਨਿਆ ਵਾ ਕਿ ਮੇਰੀਆਂ ਹਨ, ਇਹ ਸਭ ਮੇਰਾ ਹੈ। ਕਈ ਵਾਰੀ ਇੱਦਾਂ ਹੁੰਦਾ, ਅਸੀਂ ਪੀੜ੍ਹੀਆਂ ਦੀ ਪੀੜ੍ਹੀ ਜਿਹੜੀ ਹੁੰਦੀ ਆ ਦੁਸ਼ਮਣੀ, ਈਰਖਾ, ਉਹ ਅੰਦਰ ਰੱਖਦੇ ਹਾਂ, ਉਹਦੀਆਂ ਯਾਦਾਂ ਵੀ ਆਉਂਦੀਆਂ ਨੇ। ਮਿੱਤਰ ਦੀ ਯਾਦ ਆਉਂਦੀ ਆ, ਉਹ ਬੰਦਾ ਜਿਹਨੂੰ ਅਸੀਂ ਮੰਨਿਆ ਸੀ ਆਪਣਾ ਦੁਸ਼ਮਣ, ਕਮਾਲ ਆ, ਉਹਦੀ ਵੀ ਯਾਦ ਆਉਂਦੀ ਆ।
ਹਰ ਚੀਜ਼ ਜਿਹੜੀ ਤੁਹਾਡੀ ਆਪਣੀ ਹੋ ਗਈ ਉਹਦੀ ਯਾਦ ਆਵੇਗੀ। ਪਰ ਮੱਘਰ ਦੇ ਮਹੀਨੇ ਵਿੱਚ ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਵੀ ਯਾਦ ਆਉਂਦੀ ਆ। ਉਹ ਕਿਉਂ ਆਉਂਦੀ ਆ? ਹਰ ਪਿਰ ਸੰਗ ਬੈਠੜੀਆਂ, ਉਹ ਗੁਰੂ ਦੇ ਸੰਗ ਹੋ ਕੇ ਬਹਿੰਦੀਆਂ ਹਨ। ਆਤਮਾਵਾਂ, ਰੂਹਾਂ, ਸਰੀਰ ਜਿਨ੍ਹਾਂ ਨੂੰ ਗੁਰੂ ਦੀ ਯਾਦ ਆਉਂਦੀ ਆ। ਇਸ ਕਰਕੇ ਸਾਡੇ ਮਨ ਦੇ ਵਿੱਚ ਜਿਹੜੀ ਚੀਜ਼ ਆ ਉਹ ਹੌਲੀ ਹੌਲੀ ਸਾਡੇ ਚੇਤੇ 'ਚ ਆਉਂਦੀ ਆ, ਫਿਰ ਉਹ ਚੇਤਿਆਂ ਤੋਂ ਸਾਡੀ ਜ਼ੁਬਾਨ 'ਤੇ ਆਉਂਦੀ ਆ, ਫਿਰ ਸਾਡੇ ਕਰਮਾਂ 'ਚ ਪ੍ਰਗਟ ਹੋ ਜਾਂਦੀ ਆ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਇਹ ਮੱਘਰ ਦਾ ਮਹੀਨਾ, ਇਹਦੇ ਵਿੱਚ ਪਰਮਾਤਮਾ ਦੀ ਯਾਦ ਨੂੰ ਮਨ 'ਚ ਲੈ ਕੇ ਆਓ। ਹੌਲੀ ਹੌਲੀ ਉਹ ਚੇਤਿਆਂ 'ਚ ਆਪੇ ਹੀ ਆ ਜਾਵੇਗੀ। ਪਰਮਾਤਮਾ ਨੂੰ ਵੀ ਆਪਣਾ ਬਣਾ ਲਵੋ, ਉਹਦੀ ਯਾਦ ਫਿਰ ਆਵੇਗੀ। ਜੇ ਤੁਸੀਂ ਉਹਨੂੰ ਬੇਗਾਨਾ ਮੰਨੋਗੇ, ਯਾਦ ਕਰੋਗੇ, ਭੁੱਲ ਜਾਓਗੇ, ਯਾਦ ਕਰੋਗੇ, ਭੁੱਲ ਜਾਓਗੇ, ਫਿਰ ਯਾਦ ਕਰੋਗੇ, ਫਿਰ ਭੁੱਲ ਜਾਓਗੇ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਨਸਾਨ ਲਈ ਸਾਰੀਆਂ ਚੀਜ਼ਾਂ ਆਪਣੀਆਂ ਨੇ, ਉਹਦੀਆਂ ਕੋਈ ਬੇਗਾਨੀ ਨਹੀਂ। ਇੱਕ ਪਰਮਾਤਮਾ ਹੀ ਬੇਗਾਨਾ ਜਿਹਨੂੰ ਮੁੜ ਮੁੜ ਯਾਦ ਕਰਨਾ ਪੈਂਦਾ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਪਾਈ। ਕਿਸੇ ਨੇ ਦੁਨੀਆ 'ਚ ਆ ਕੇ ਧੜੇ ਬਣਾ ਲਏ ਮਿੱਤਰਾਂ ਨਾਲ, ਇਹ ਮੇਰਾ ਮਿੱਤਰ ਹੈ, ਤੂੰ ਮੇਰਾ ਆਪਣਾ, ਇਵੇਂ ਕਹਿ ਦਿੱਤਾ। ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿਸੇ ਨੇ ਕੁੜਮਾਂ ਦੇ ਨਾਲ ਆਪਣੇ ਜਿਹੜੇ ਰਿਸ਼ਤੇਦਾਰੀਆਂ ਨੇ ਉਹ ਕਹਿੰਦੇ ਇਹ ਸਾਡੇ ਆਪਣੇ ਨੇ। ਕਿਸੇ ਨੇ ਆਪਣੇ ਦਾਮਾਦ ਨਾਲ ਆਖਿਆ ਇਹ ਮੇਰਾ ਆਪਣਾ ਹੈ। ਸਾਰੀਆਂ ਚੀਜ਼ਾਂ ਨੂੰ ਮਨੁੱਖ ਨੇ ਆਪਣਾ ਆਪਣਾ ਕਿਹਾ, ਧੜੇ ਬਣਾ ਲਏ। ਪਰ ਹਮਾਰਾ ਧੜਾ ਹਮ ਹਰ ਸਿਉ ਪ੍ਰੀਤ ਬਨਾਈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਵੀ ਇੱਕ ਧੜਾ ਬਣਾਇਆ, ਮੈਂ ਰੱਬ ਦੇ ਨਾਲ ਬਣਾ ਲਿਆ। ਸਾਰਿਆਂ ਨੇ ਆਖਿਆ ਇਹ ਪੁੱਤ ਮੇਰਾ ਹੈ ਆਪਣਾ, ਧੀ ਮੇਰੀ ਆਪਣੀ ਆ, ਇਹ ਦਾਮਾਦ ਹੈ, ਜਵਾਈ ਹੈ, ਇਹ ਕੁੜਮ ਨੇ, ਇਹ ਮੇਰੇ ਆਪਣੇ ਨੇ। ਪਰਮਾਤਮਾ ਨੂੰ ਕਿਸੇ ਨੇ ਨਹੀਂ ਆਖਿਆ ਮੇਰਾ ਹੈ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਸਾਰੇ ਧੜੇ ਛੱਡ ਕੇ ਤੇ ਉਹਦੇ ਨਾਲ ਧੜਾ ਬਣਾਇਆ। ਹਮਾਰਾ ਧੜਾ ਹਮ ਹਰ ਸਿਉ ਪ੍ਰੀਤ ਬਨਾਈ। ਜਿਨ੍ਹਾਂ ਨੇ ਇਹੀ ਬਸ ਆਖਿਆ ਧੀਆਂ ਪੁੱਤਰਾਂ ਦੇ ਵਾਂਗ, ਇਹ ਵਾਹਿਗੁਰੂ ਤੂੰ ਮੇਰਾ ਆਪਣਾ ਹੈ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਉਹਨਾਂ ਦੀ ਸੋਭਾ ਕਹੀ ਨਹੀਂ ਜਾ ਸਕਦੀ। ਕਿਉਂਕਿ ਦੇਖੋ ਇੱਕ ਦੇਸ਼ ਦੀ ਕਥਾ ਆਪਾਂ ਕਰਨ ਲੱਗ ਜਾਈਏ, ਜਿਵੇਂ USA ਹੈ, ਯੂਨਾਈਟਿਡ ਕਿੰਗਡਮ ਆ, UK ਆ, ਆਦਿ ਜਿਹੜੇ ਪ੍ਰੋਗਰੈਸ ਕੀਤੇ ਹੋਏ, ਜਿਨ੍ਹਾਂ ਨੇ ਤਰੱਕੀ ਕੀਤੀ ਆ, 1-2 ਘੰਟੇ ਵਿੱਚ ਉਹਨਾਂ ਦੀ ਗੱਲ ਵੀ ਮੁੱਕ ਜੂਗੀ। ਕਹਿ ਦਾਂਗੇ ਉਹ ਸੋਹਣੇ ਬਹੁਤ ਆ, ਉੱਥੋਂ ਦਾ ਵਾਤਾਵਰਨ ਵਧੀਆ, ਉੱਥੋਂ ਦੇ ਲਾਅ ਕਾਨੂੰਨ ਵਧੀਆ ਨੇ, ਉੱਥੋਂ ਦੇ ਲੋਕ ਭਲੇ ਨੇ, ਸਮਝਦਾਰ ਨੇ, ਸਿਆਣੇ ਨੇ। 2-3 ਹੋਰ ਗੱਲਾਂ ਕਰ ਦਈਏ ਤਾਂ ਖਤਮ ਹੋ ਜੂ ਉਹਦੀ ਗੱਲ ਦੇਸ਼ ਦੀ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਉਹਨਾਂ ਦੀ ਸੋਭਾ ਨਹੀਂ ਕਹੀ ਜਾ ਸਕਦੀ। ਕਿਉਂਕਿ ਉਹ ਉਹਦੇ ਨਾਲ ਜੁੜ ਜਾਂਦੇ ਨੇ ਜੋ ਅਕਥ ਹੈ, ਜੋ ਕਥਿਆ ਨਹੀਂ ਜਾ ਸਕਦਾ, ਜੋ ਲਿਖਿਆ ਨਹੀਂ ਜਾ ਸਕਦਾ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਉਹਨਾਂ ਦਾ ਤਨ, ਸਰੀਰ, ਉਹਨਾਂ ਦਾ ਮਨ ਖਿੜਿਆ ਖਿੜਿਆ ਰਹਿੰਦਾ ਹੈ। ਮੌਲਿਆ ਦੇ ਅਰਥ ਨੇ ਖਿੜੇ ਖਿੜੇ ਰਹਿਣਾ। ਉਹ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਅੱਲਾ ਭਾਵੇ ਸੋ ਭਲਾ, ਤਾਂ ਲੱਭੀ ਦਰਬਾਰ। ਉਹ ਖਿੜੇ ਖਿੜੇ ਹੀ ਰਹਿੰਦੇ ਨੇ। ਜਦੋਂ ਮਰਜ਼ੀ ਉਹਨਾਂ ਨੂੰ ਤੁਸੀਂ ਦੇਖੋ, ਦੁੱਖ 'ਚ ਵੀ ਸੁੱਖ 'ਚ ਵੀ ਖਿੜਦੇ ਖਿੜਦੇ ਰਹਿੰਦੇ ਨੇ। ਹਰ ਜਨ ਗੁਣ ਗਾਵਤ ਹੱਸਿਆ, ਸੰਗ ਸਾਧ ਸਹੇਲੜੀਆਂ। ਕਿਉਂਕਿ ਉਹਨਾਂ ਦੀ ਸੰਗਤ ਉਹਦੇ ਨਾਲ ਆ ਜਿਹੜਾ ਖਿੜਿਆ ਰਹਿੰਦਾ, ਜਿਹੜਾ ਕਦੇ ਰੁੱਸਦਾ ਨਹੀਂ, ਜਿਹੜਾ ਕਦੇ ਮੁਰਝਾਉਂਦਾ ਨਹੀਂ। ਸੰਗਤ ਹੀ ਉਹਦੀ ਉਹਨਾਂ ਨਾਲ ਆ। ਨਹੀਂ ਅਸੀਂ ਆਪਣਾ ਜੀਵਨ ਬਹੁਤ ਸਾਰਾ ਬੇਅਰਥ ਗਵਾ ਦਿੰਦੇ ਹਾਂ ਉਹਨਾਂ ਗੱਲਾਂ 'ਚ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਨਾਮ ਬਿਨਾ ਸਭ ਕੂੜ,
ਨਾਮ ਤੋਂ ਬਿਨਾਂ ਸਭ ਕੂੜ ਹੈ, ਗੱਲਾਂ ਹੋਛੀਆਂ ਨੇ ਥੋਥੀਆਂ ਨੇ। ਉਹ ਅਸੀਂ ਦਿਲ 'ਚ ਯਾਦ ਕਰਦੇ ਹਾਂ, ਉਹੀ ਸਾਡੇ ਜ਼ੁਬਾਨ 'ਤੇ ਆ ਜਾਂਦੀਆਂ ਨੇ। ਰੱਬ ਦਾ ਪਿਆਰਾ ਪਤਾ ਕਿਉਂ ਖੁਸ਼ ਰਹਿੰਦਾ? ਉਹਦੀ ਸੰਗਤ ਵਾਹਿਗੁਰੂ ਨਾਲ ਹੁੰਦੀ ਆ। ਉਹ ਦੁੱਖ ਨੂੰ ਵੀ ਕਹਿੰਦਾ ਇਹ ਤੇਰੀ ਦਾਤ ਆ। ਜਿਵੇਂ ਗੱਡੀਆਂ 'ਤੇ ਲਿਖਿਆ ਹੁੰਦਾ, ਇਹ ਭੇ ਦਾਤ ਤੇਰੀ ਦਾਤਾਰ। ਉਹਦੀ ਜਿਹੜੀ ਅਗਲੀ ਪੰਗਤੀ ਹੈ, ਕੇਤਿਆਂ ਦੁੱਖ ਭੂਖ ਸਦ ਮਾਰ। ਦੁੱਖ ਤੇ ਭੁੱਖ ਇਹ ਵੀ ਤੇਰੀ ਦਾਤ ਆ। ਦੁੱਖ ਵੀ ਭੁੱਖ ਵੀ ਇਹ ਤੇਰੀ ਦਾਤ ਹੈ ਵਾਹਿਗੁਰੂ, ਜਿਹਦੇ ਕਰਕੇ ਇਹਦੀ ਵੀ ਮੈਨੂੰ ਲੋੜ ਆ। ਗੁਰਮੁਖ ਕਹਿੰਦਾ ਜੇ ਗੁਰਮੁਖ ਕਿਸੇ ਦਿਨ ਭੁੱਖਾ ਰਹਿ ਜੇ, ਉਹ ਕਹਿੰਦਾ ਇਹਦੀ ਵੀ ਮੈਨੂੰ ਲੋੜ ਸੀ, ਰੱਬ ਨੇ ਤਾਂ ਮੇਰੀ ਝੋਲੀ 'ਚ ਪਾਈ ਆ। ਭੁੱਖ ਦੀ ਵੀ ਮੈਨੂੰ ਲੋੜ ਸੀ, ਦੁੱਖ ਦੀ ਵੀ ਮੈਨੂੰ ਲੋੜ ਸੀ, ਕਿਉਂਕਿ ਜੇ ਦੁੱਖ ਨਾ ਆਉਂਦਾ ਹੋ ਸਕਦਾ ਮੈਂ ਤੈਨੂੰ ਭੁੱਲ ਜਾਂਦਾ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਕਈ ਲੋਕ ਦੁੱਖਾਂ 'ਚ ਰਹਿੰਦੇ ਨੇ, ਭੁੱਖਾਂ 'ਚ ਰਹਿੰਦੇ ਨੇ ਵਾਹਿਗੁਰੂ, ਪਰ ਇਹ ਵੀ ਇੱਕ ਤੇਰੀ ਦਾਤ ਹੀ ਆ, ਜਿਹਦੇ ਕਰਕੇ ਉਹ ਤੈਨੂੰ ਯਾਦ ਕਰਦੇ ਨੇ, ਜਿਹਦੇ ਕਰਕੇ ਉਹ ਤੈਨੂੰ ਚੇਤੇ ਕਰਦੇ ਨੇ। ਇਹਨਾਂ ਚੀਜ਼ਾਂ ਦੀ ਵੀ ਬੜੀ ਲੋੜ ਹੈ। ਗੁਰਮੁਖ ਦੀ ਸੋਚਣੀ ਥੋੜ੍ਹੀ ਇੱਦਾਂ ਦੀ ਹੁੰਦੀ ਆ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਇਹ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਰੱਬ ਦੇ ਪਿਆਰਿਆਂ ਦੀ ਗੱਲ ਕਰ ਦਿੱਤੀ ਆ। ਫਿਰ ਅੱਗੇ ਕਹਿੰਦੇ ਨੇ ਉਹ ਬੰਦੇ ਜਿਹੜੇ ਸੰਗਤ ਤੋਂ ਬਾਹਰ ਰਹਿੰਦੇ ਨੇ, ਸਾਖਤਾਂ ਦੀ ਸੰਗਤ ਕਰਦੇ ਨੇ, ਉਹਨਾਂ ਦਾ ਜੀਵਨ ਬੇਅਰਥ ਹੁੰਦਾ। ਇਕੱਲਾਪਣ ਉਹਨਾਂ ਨੂੰ ਖਾ ਜਾਂਦਾ। ਉਹਨਾਂ ਦਾ ਇਕੱਲਾਪਣ ਮਤਲਬ ਇਹ ਨਹੀਂ ਕਿ ਕੋਈ ਇਕਾਂਤ 'ਚ ਬੈਠਾ ਹੈ, ਉਹ ਇਕਾਂਤ ਵਾਲਾਪਨ ਜਿਹਦੇ ਵਿੱਚ ਵਾਹਿਗੁਰੂ ਦੀ ਯਾਦ ਨਹੀਂ, ਉਹਦੇ ਬਿਨਾਂ ਸਭ ਕੂੜ ਹੀ ਕੂੜ ਹੈ। ਜਿਵੇਂ ਬੈਠਾ ਹਾਂ, ਤੁਸੀਂ ਬੈਠੇ ਹੋ, ਘਰ ਵਿੱਚ ਆਪਾਂ ਬਹਿ ਜਾਂਦੇ ਹਾਂ, ਕੰਮ ਕਰਕੇ ਹਟ ਜਾਂਦੇ ਹਾਂ, ਸੌਂ ਜਾਂਦੇ ਹਾਂ। ਜੇ ਅਸੀਂ ਰੱਬ ਨੂੰ ਯਾਦ ਨਹੀਂ ਕਰਾਂਗੇ ਤਾਂ ਹੋਰ ਚੀਜ਼ਾਂ, ਬਹੁਤ ਚੀਜ਼ਾਂ ਯਾਦ ਆਉਣਗੀਆਂ। ਕਈ ਇਕੱਲੇ ਨਹੀਂ ਬੋਲਣ ਲੱਗ ਜਾਂਦੇ, ਇਹਨਾਂ ਨੂੰ ਚਿੰਤਾ ਹੋ ਜਾਂਦੀ ਹੈ। ਚਿੰਤਾ ਦਾ ਇੱਕ ਹੀ ਬਦਲ ਆ, ਉਹ ਆ ਚੇਤੇ, ਹੋਰ ਕੋਈ ਬਦਲ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਤੂੰ ਚਿੰਤਾ ਨਾ ਕਰਿਆ ਕਰ, ਉਹਦਾ ਬਦਲ ਵੀ ਦੱਸਣਾ ਪਵੇਗਾ ਨਾ। ਚਿੰਤਾ ਦੀ ਜਗ੍ਹਾ ਚੇਤੇ। ਮਨ ਦਾ ਸੁਭਾਅ ਹੈ ਕੁਝ ਨਾ ਕੁਝ ਕਰਦੇ ਰਹਿਣਾ। ਜੇ ਤੁਸੀਂ ਉਹਨੂੰ ਚੇਤੇ ਨਹੀਂ ਕਰੋਗੇ, ਇਹ ਚਿੰਤਾ ਕਰੇਗਾ ਹੀ ਕਰੇਗਾ, ਇਹਨੂੰ ਤੁਸੀਂ ਹਟਾ ਨਹੀਂ ਸਕੋਗੇ। ਚਿੰਤਾ ਦਾ ਇੱਕ ਬਦਲ ਹੈ, ਉਹ ਆ ਮਾਲਕ ਨੂੰ ਚੇਤੇ ਕਰਨਾ। ਜੇ ਤੁਸੀਂ ਚੇਤੇ ਨਹੀਂ ਕਰੋਗੇ, ਚਿੰਤਾ ਕਰੇਗਾ ਹੀ ਕਰੇਗਾ, ਇਹਨੇ ਕਰਨੀ ਹੀ ਕਰਨੀ, ਇਹਦਾ ਸੁਭਾਅ ਹੀ ਇੱਦਾਂ ਦਾ ਹੈ। ਇਸ ਕਰਕੇ ਕਈ ਵਾਰੀ ਅਸੀਂ ਕਹਿ ਦਿੰਦੇ ਤੂੰ ਫਿਕਰ ਨਾ ਕਰਿਆ ਕਰ। ਦਰਅਸਲ ਇਹ ਕਹਿਣਾ ਚਾਹੀਦਾ ਤੂੰ ਚਿੰਤਾ ਨਾ ਕਰਿਆ ਕਰ, ਚੇਤੇ ਕਰਿਆ ਕਰ। ਜਿਹਨੂੰ ਕਹਾਂਗੇ ਚਿੰਤਾ ਨਾ ਕਰਿਆ ਕਰ, ਉਹ ਕਹੇਗਾ ਮੈਂ ਹੋਰ ਕੀ ਕਰਾਂ ਇਹਦੇ ਨਾਲ, ਚਿੰਤਾ ਹੀ ਕਰੂੰਗਾ ਨਾ। ਇੱਦਾਂ ਹੀ ਸਾਡੀਆਂ ਇਹ ਵਾਲੀਆਂ ਗੱਲਾਂ। ਅਧੂਰਾ ਗਿਆਨ ਕਹਿੰਦੇ ਬੜਾ ਖਤਰਨਾਕ ਹੁੰਦਾ ਹੈ, ਅੱਧੀ ਜਾਣਕਾਰੀ ਬੜੀ ਖਤਰਨਾਕ ਹੁੰਦੀ ਆ। ਚਿੰਤਾ ਦਾ ਇੱਕੋ ਇੱਕ ਹੀ ਬਦਲ ਹੈ, ਉਹ ਆ ਚੇਤੇ ਕਰਨਾ, ਮਾਲਕ ਨੂੰ ਯਾਦ ਕਰਨਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੇ ਰੋਜੀ ਦੇ। ਪਰ ਹੈ ਬੜਾ ਔਖਾ, ਇਹ ਬਹੁਤ ਔਖਾ ਕੰਮ। ਦੁਨੀਆ ਦਾ ਸਭ ਤੋਂ ਔਖਾ ਕੰਮ ਕੀ ਆ? ਗੁਰੂ ਨਾਨਕ ਜੀ ਕਹਿੰਦੇ ਆਖਣ ਔਖਾ ਸਾਚਾ ਨਾਉ। ਇੰਜੀਨੀਅਰ ਬਣਨਾ ਸੌਖਾ ਹੈ, ਡਾਕਟਰ ਬਣਨਾ ਸੌਖਾ ਹੈ, ਆਰਕੀਟੈਕਟ ਬਣਨਾ ਸੌਖਾ ਹੈ, ਭਗਤ ਬਣਨਾ ਬੜਾ ਔਖਾ ਹੈ। ਰਹਿਰਾਸ ਸਾਹਿਬ ਦੀਆਂ ਪੰਗਤੀਆਂ ਨੇ, ਆਖਣ ਔਖਾ ਸਾਚਾ ਨਾਉ। ਰੱਬ ਦੇ ਪਿਆਰੇ ਹੋਏ ਇੱਕ ਭਗਤ ਜੀ, ਬੜੀ ਉਹਨਾਂ ਇਬਾਦਤ ਕੀਤੀ ਤੇ ਉਹਨਾਂ ਕੋਲ ਪੈਸਾ ਵੀ ਬੜਾ ਸੀ, ਮਹਾਂਪੁਰਸ਼ ਸਨ ਕੋਈ। ਇੱਕ ਦਿਨ ਤੁਰੇ ਜਾ ਰਹੇ ਨੇ, ਕੁਝ ਦਿਹਾੜੀਦਾਰ ਵੀ ਤੁਰੇ ਜਾ ਰਹੇ ਨੇ, ਟੋਲਾ ਉਹਨਾਂ ਦਾ, ਜਿਹੜੇ ਕੰਮ ਕਰਦੇ ਨੇ, ਦਿਹਾੜੀ ਜਾਂਦੇ। ਪੁੱਛਿਆ ਸੀ ਕਿੱਧਰ ਨੂੰ ਚੱਲੇ ਹੋ? ਕਹਿੰਦੇ ਦਿਹਾੜੀ ਕਰਨ ਚੱਲੇ ਆ। ਕਿੰਨੇ ਪੈਸੇ ਮਿਲਣਗੇ? ਇਤਨੇ ਆਨੇ ਮਿਲਣਗੇ। ਉਹਨਾਂ ਜ਼ਮਾਨਿਆਂ ਦੀ ਬਾਤ, ਪੁਰਾਣੀ ਕਹਾਣੀ,
ਉਹੀ ਸਾਖੀਆਂ ਪ੍ਰਾਤਨ। ਕਹਿੰਦੇ ਇਉਂ ਕਰੋ, ਇਹ ਤਾਂ ਪੈਸੇ ਕੁਝ ਵੀ ਨਹੀਂ, ਮੈਂ ਤੁਹਾਨੂੰ ਦੁੱਗਣੇ ਪੈਸੇ ਦੇਵਾਂਗਾ। ਕੰਮ ਕਿੰਨੇ ਘੰਟੇ ਕਰਨਾ? ਕਹਿੰਦੇ ਜੀ 8 ਘੰਟੇ ਕਰਾਂਗੇ, ਕਿੰਨੇ ਪੈਸੇ ਬਣਨਗੇ? ਕਹਿੰਦੇ ਤੁਸੀਂ 1 ਘੰਟਾ ਹੀ ਕਰਨਾ, ਜ਼ਿਆਦਾ ਨਹੀਂ ਕਰਨਾ, ਆਓ ਮੇਰੇ ਨਾਲ। ਸੋਚਿਆ ਵੀ ਪਤਾ ਨਹੀਂ ਕਿਹੜਾ ਕੰਮ ਕਰਾਉਣਗੇ। ਦਿਹਾੜੀਦਾਰ ਬੰਦੇ ਲੈ ਆਏ ਘਰ ਵਿੱਚ, ਸਫ ਵਿਛਾਈ, ਚਟਾਈ ਵਿਛਾਈ, ਜਿਹਨੂੰ ਮੈਟ ਕਹਿੰਦੇ ਆਪਾਂ, ਉਹਦੇ 'ਤੇ ਬਿਠਾਏ ਅਤੇ ਹੱਥਾਂ ਵਿੱਚ ਉਹਨਾਂ ਦੇ ਮਾਲਾ ਪਕੜਾ ਦਿੱਤੀਆਂ। ਕਹਿੰਦੇ ਭਾਈ ਰੇ ਰਾਮ ਕਹੋ ਚਿਤ ਲਾਏ। ਭਗਤ ਛੱਜੂ ਜੀ ਹੋਏ ਨੇ, ਕਹਿੰਦੇ ਪੜ੍ਹੋ ਬਾਣੀ। ਹੁਣ ਜਿਹੜਾ ਪੜ੍ਹਿਆ ਲਿਖਿਆ ਉਹ ਬਾਣੀ ਪੜ੍ਹ ਲਓ, ਜਿਹੜਾ ਅਨਪੜ੍ਹਾ ਉਹ ਮਾਲਾ ਫੇਰੋ। 1 ਘੰਟਾ ਅੱਖਾਂ ਮੀਟ ਕੇ ਕਰੋ। ਉਹ ਵਿਚਾਰੇ 5 ਮਿੰਟ ਬੈਠੇ, 10 ਮਿੰਟ ਬੈਠੇ, ਕੋਈ 15 ਮਿੰਟ। ਉਹਨਾਂ ਨੇ ਆਖਿਆ ਇਦੋਂ ਤਾਂ ਅਸੀਂ ਦਿਹਾੜੀ ਕਰ ਲਾਂਗੇ। ਆਖਣੇ ਔਖਾ ਸਾਚਾ ਨਾਮ। ਸਭ ਤੋਂ ਔਖਾ ਕੀ ਆ? ਇੰਜੀਨੀਅਰ ਬਣਨਾ ਨਹੀਂ, ਡਾਕਟਰ ਬਣਨਾ ਨਹੀਂ, ਲੋਕ ਬਣ ਰਹੇ ਨੇ। ਭਗਤ ਬਣਨਾ ਔਖਾ। ਆਖਣੇ ਔਖਾ ਸਾਚਾ ਨਾਉ। ਵਾਹਿਗੁਰੂ ਕਹਿਣਾ ਬਹੁਤ ਔਖਾ ਹੈ। ਆਪਾਂ ਕਹਿੰਦੇ ਮਹਾਰਾਜ ਲੋ ਕਹਿਤਾ ਵਾਹਿਗੁਰੂ। ਕਹਿੰਦੇ ਇਵੇਂ ਨਹੀਂ, ਮਨ ਚਿੱਤ ਬਿਰਤੀ ਸੋਚ ਦਿਲ ਇੱਕ ਹੋਵੇ, ਹਿਰਦੇ 'ਚੋਂ ਨਿਕਲੇ ਵਾਹਿਗੁਰੂ, ਇਹ ਕਹਿਣਾ ਔਖਾ ਹੈ। ਆਖਣੇ ਔਖਾ ਸਾਚਾ ਨਾਮ। ਬਹੁਤ ਔਖਾ ਹੈ ਵਾਹਿਗੁਰੂ ਕਹਿਣਾ। ਉਹਨਾਂ ਨੇ ਮਾਲਾ ਸੁੱਟ ਦਿੱਤੀ। ਕਹਿੰਦੇ ਆਹ ਲਓ, ਆਪਦੀ ਮਾਲਾ ਲੈ ਲਓ, ਇਹ ਸਾਡੇ ਤੋਂ ਨਹੀਂ ਹੋਣਾ। ਅਸੀਂ ਦਿਹਾੜੀ ਕਰ ਸਕਦੇ ਹਾਂ, ਅਸੀਂ ਘਰ ਬਣਾ ਕੇ ਦੇ ਸਕਦੇ ਹਾਂ, 8-8 ਘੰਟੇ ਕੰਮ ਕਰ ਸਕਦੇ ਹਾਂ। 15 ਮਿੰਟ ਆਪਦੇ ਆਪ ਨਾਲ ਬਹਿਣਾ ਪੈ ਗਿਆ ਤੇ ਬੜੀ ਮੁਸ਼ਕਿਲ ਹੋ ਜਾਂਦੀ ਆ ਬੰਦੇ ਨੂੰ, ਬਹੁਤ ਔਖਾ ਲੱਗਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਹੁਤੇ ਬੰਦੇ ਸਾਧ ਜਨਾਂ ਤੇ ਬਾਹਰੀ, ਸੇ ਰਹਿਣ ਅਕੇਲੜੀਆਂ। ਮੱਘਰ ਦੀ ਰੁੱਤ ਆ ਜਾਂਦੀ ਆ, ਮਹੀਨਾ ਆ ਜਾਂਦਾ, ਠੰਡੀ ਠੰਡੀ ਰੁੱਤ ਹੁੰਦੀ ਆ, ਜਿਹਦੇ ਵਿੱਚ ਬਹਿ ਕੇ ਕੰਮ ਕਰਦੇ ਨੇ ਲੋਕ, ਜਾਂਦੇ ਆ ਦਿਹਾੜੀਆਂ ਤੇ। 15-20 ਮਿੰਟ ਨਾਮ ਵੀ ਜਪਿਆ ਜਾ ਸਕਦਾ, ਪਰ ਉਹ ਨਹੀਂ ਜਪਦੇ, ਉਹ ਨਾਮ ਤੋਂ ਸੱਖਣੇ ਰਹਿ ਜਾਂਦੇ ਨੇ। ਫਿਰ ਹੁੰਦਾ ਕੀ ਆ? ਉਹਦਾ ਰਿਜ਼ਲਟ ਦੱਸਿਆ ਹੈ, ਤਿੰਨ ਦੁੱਖ ਨ ਕਬਹੂ ਉਤਰੈ, ਸੇ ਜਮ ਕੈ ਵਸ ਪੜੀਆਂ। ਉਹ ਫਿਰ ਦੁੱਖ ਉਹਨਾਂ ਦੇ ਕਦੇ ਉਤਰਦੇ ਨਹੀਂ ਹੈਗੇ। ਕਿਉਂਕਿ ਦੇਖੋ, ਜਿਹੜੀਆਂ ਚੀਜ਼ਾਂ ਮੈਂ ਅੱਜ ਕਰ ਰਿਹਾ, ਮੈਂ ਕਰੀ ਜਾਂਦਾ ਰੋਜ਼, ਮੈਂ ਉਹਦਾ ਨਤੀਜਾ ਭਾਲਦਾ ਵੀ ਕੱਲ੍ਹ ਨੂੰ ਚੰਗਾ ਨਿਕਲੇ। ਕੰਮ ਮੈਂ ਆਪਣਾ ਬਦਲ ਨਹੀਂ ਰਿਹਾ, ਅੱਜ ਵੀ ਉਹੀ ਕੀਤਾ, ਕੱਲ੍ਹ ਵੀ ਉਹੀ ਕੀਤਾ। ਮਾਲਕ ਅੱਗੇ ਮੈਂ ਬੇਨਤੀ ਕਰਾਂ, ਵਾਹਿਗੁਰੂ ਮੈਨੂੰ ਠੀਕ ਕਰ ਦੇ। ਕਰਮ ਮੇਰੇ ਉੱਦਾਂ ਦੇ ਹੀ ਨੇ, ਮੈਂ ਠੀਕ ਨਹੀਂ ਹੋ ਸਕਦਾ। ਕੰਮ ਮੇਰੇ ਉਹੀ ਨੇ, ਦੁੱਖ ਵੀ ਮੈਨੂੰ ਉਹੀ ਮਿਲਣਗੇ ਜੋ ਮੈਂ ਵਾਰ-ਵਾਰ ਕਰਦਾ, ਨਤੀਜਾ ਤਾਂ ਉਹੀ ਮਿਲਣਾ ਨਾ। ਤਿੰਨ ਦੁੱਖ ਨ ਕਬਹੂ ਉਤਰੈ, ਸੇ ਜਮ ਕੈ ਵਸ ਬੜੀਆਂ। ਇਸ ਕਰਕੇ ਉਹ ਬਚਪਨ 'ਚ, ਜਵਾਨੀ 'ਚ, ਬਿਰਧ ਅਵਸਥਾ, ਕਹੋ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ। ਜਵਾਨੀ ਵੀ ਉਵੇਂ ਹੀ ਲੰਘ ਜਾਂਦੀ ਆ, ਬੁਢੇਪਾ ਵੀ ਉਵੇਂ ਹੀ ਲੰਘ ਜਾਂਦਾ, ਪਤਾ ਨਹੀਂ ਲੱਗਦਾ ਬੰਦੇ ਨੂੰ, ਉਹਦੇ ਦੁੱਖ ਨਹੀਂ ਉਤਰਦੇ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਪਰ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਯਾਦ ਕੀਤਾ, ਉਹ ਉਹਦੀ ਯਾਦ ਵਿੱਚ ਸਦਾ ਹੀ ਜੁੜੇ ਰਹਿੰਦੇ ਨੇ, ਸਾਵਧਾਨ ਰਹਿੰਦੇ ਨੇ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ। ਉਹ ਇੱਦਾਂ ਕਹਿੰਦੇ ਨੇ, ਗੁਰੂ ਜੀ ਹੁਕਮ ਕਰੋ, ਹੁਕਮ ਦੀ ਅਦੂਲਗੀ ਪ੍ਰਵਾਨਗੀ ਕਰਦੇ ਨੇ, ਮਹਾਰਾਜ ਦਾ ਹੁਕਮ ਨਹੀਂ ਮੋੜਦੇ। ਐਸੇ ਰੱਬ ਦੇ ਪਿਆਰੇ ਨੇ। ਜਾਂ ਇਹਦੇ ਅਰਥ ਇਹ ਵੀ ਕਈ ਵਿਦਵਾਨਾਂ ਨੇ ਕੀਤੇ ਨੇ, ਜਿਨੀ ਰਾਵਿਆ ਪ੍ਰਭ ਆਪਣਾ। ਰਾਵਿਆ ਦੇ ਅਰਥ ਆ ਯਾਦ ਕਰਨਾ। ਜਿਨ੍ਹਾਂ ਨੇ ਆਪਣੇ ਮਾਲਕ ਨੂੰ ਯਾਦ ਰੱਖਿਆ, ਸੇ ਦਿਸਣ ਨਿਤ ਖੜੀਆਂ। ਖੜੀਆਂ ਦੇ ਅਰਥ ਉਹਨਾਂ ਨੇ ਸਾਵਧਾਨ ਕੀਤੇ ਨੇ, ਕਈ ਵਿਦਵਾਨਾਂ ਨੇ, ਕਿ ਉਹ ਸਾਵਧਾਨ ਰਹਿੰਦੇ ਨੇ। ਜਿਵੇਂ ਇੱਕ ਬੰਦਾ ਕਹਿੰਦਾ ਹੈ, ਮੈਂ ਬਿਲਕੁਲ ਅਚੇਤ ਜਿਹਾ ਪਿਆ, ਕੋਈ ਆਵੇ ਮੇਰੇ ਘਰ ਵਿੱਚ ਲੁੱਟ ਕੇ ਲੈ ਜੇ। ਇੱਕ ਬੰਦਾ ਸਾਵਧਾਨ ਆ, ਉਹ ਕਹਿੰਦਾ ਕੋਈ ਆ ਕੇ ਦਿਖਾਵੇ, ਮੈਂ ਆਉਣ ਨਹੀਂ ਦੇਣਾ। ਇਹਦੇ ਵਿੱਚ ਉਹ ਸਾਵਧਾਨੀ ਦੀ ਗੱਲ ਕੀਤੀ ਆ ਕਿ ਮੈਂ ਆਪਣੇ ਦਿਲ ਦੀ ਚੌਕੀਦਾਰੀ ਕਰਦਾ, ਮਾੜੀ ਆਦਤ ਮੈਂ ਆਪਣੇ ਦਿਲ 'ਚ ਆਉਣ ਨਹੀਂ ਦੇਣੀ।
ਸੇ ਦਿਸਣ ਨਿਤ ਖੜੀਆਂ। ਸਾਵਧਾਨ ਹੋ ਗਏ ਨੇ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਉਹਨਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਹੈ, ਬਹੁਤ ਪਿਆਰੀ। ਉਹਨਾਂ 4 ਉਦਾਸੀਆਂ ਕੀਤੀਆਂ। ਦੁਨੀਆ ਨੂੰ ਤਾਰਿਆ, ਜੱਟ ਤਾਰੇ, ਭੱਟ ਤਾਰੇ, ਲੱਕੜੀ ਦੇ ਕੱਟ ਤਾਰੇ। ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਬੇਰੀ ਹੇਠ ਬੈਠੇ ਗੁਰੂ ਬੇਰੀ ਵੀ ਨਿਹਾਲ ਹੋਈ। ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋ ਜਾਮਦਾ। ਗੁਰੂ ਨਾਨਕ ਸਾਹਿਬ ਜੀ ਨੇ ਐਸੀਆਂ ਬਰਕਤਾਂ ਕੀਤੀਆਂ। ਅੱਕਾਂ ਦੀਆਂ ਖਖੜੀਆਂ ਨੂੰ ਵੇਖ ਕੇ ਨਿਹਾਲ ਕੀਤਾ। ਨਿੰਮ ਦੀਆਂ ਪੱਤੀਆਂ 'ਚੋਂ ਮਿੱਠਾ ਰਸ ਆਮਦਾ। ਕਿੱਕਰਾਂ ਤੋਂ ਮਠਿਆਈਆਂ ਝਾੜੀਆਂ ਮੇਰੇ ਸਤਿਗੁਰਾਂ। ਐਸੀ ਉਹਨਾਂ ਨੇ ਕਲਾ ਵਰਤਾਈ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਪ੍ਰੀਖਿਆ ਲਈ ਆ ਗੁਰੂ ਬਣਾਇਆ, ਇਹ ਸਭ ਕੁਝ ਉਹਨਾਂ ਕੀਤਾ। ਜੱਟ ਤਾਰੇ, ਭੱਟ ਤਾਰੇ, ਲੱਕੜੀ ਦੇ ਕੱਟ ਤਾਰੇ। ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਦੁਨੀਆ ਨੂੰ ਤਾਰਦੇ ਹੋਏ ਇੱਕ ਨਗਰ ਵਿੱਚ ਪਹੁੰਚੇ। ਉਸ ਨਗਰ ਦੇ ਵਿੱਚ ਇੱਕ ਭੂਮੀਆ ਨਾਂ ਦਾ ਵਿਅਕਤੀ ਸੀ। ਰਾਤ ਨੂੰ ਉਹ ਚੋਰੀਆਂ ਕਰਦਾ ਸੀ, ਦਿਨੇ ਉਹ ਲੰਗਰ ਲਾਉਂਦਾ ਸੀ। ਸੋਚਦਾ ਸੀ ਮਨਾ, ਰਾਤ ਨੂੰ ਪਾਪ ਕੀਤੇ, ਦਿਨੇ ਮੈਂ ਪੁੰਨ ਕਮਾਲਾਂ, ਇਵੇਂ ਮੇਰੇ ਪਾਪ ਲੈ ਜਾਣਗੇ। ਬਹੁਤੇ ਲੋਕ ਇਵੇਂ ਕਰਦੇ ਨੇ। ਉਹ ਹਾਥੀ ਵਾਂਗ ਪਹਿਲਾਂ ਇਸ਼ਨਾਨ ਕਰ ਲੈਂਦੇ ਨੇ, ਫਿਰ ਚਿੱਕੜ 'ਚ ਛਾਲ ਮਾਰ ਦਿੰਦੇ ਨੇ। ਇਵੇਂ ਨਹੀਂ, ਮਹਾਰਾਜ ਕਹਿੰਦੇ ਪ੍ਰਵਾਨ ਨਹੀਂ ਹੁੰਦਾ। ਤਾਂ ਗੁਰੂ ਸਾਹਿਬ ਜੀ ਵੀ ਉਹਦੇ ਘਰੇ ਚਲੇ ਜਾਂਦੇ ਨੇ, ਕਿਉਂਕਿ ਉਹਨੇ ਕਿਹਾ ਹੋਇਆ ਸੀ ਪਿੰਡ ਦੇ ਸਰਪੰਚ ਨੂੰ ਕਿ ਜਦੋਂ ਵੀ ਕੋਈ ਆਵੇ ਪਾਂਧੀ ਉਹਨੂੰ ਮੇਰੇ ਘਰੇ ਭੇਜੀ, ਮੈਂ ਉਹਨੂੰ ਪ੍ਰਸ਼ਾਦਾ ਛਕਾਊਂਗਾ। ਗੁਰੂ ਨਾਨਕ ਸਾਹਿਬ ਜੀ ਚਲੇ ਜਾਂਦੇ ਨੇ। ਭੂਮੀਆ ਚੋਰ ਥਾਲੀ 'ਚ ਪ੍ਰਸ਼ਾਦਾ ਪਾ ਕੇ ਲੈ ਕੇ ਆਉਂਦਾ। ਮਹਾਰਾਜ ਤੇ ਭਾਈ ਮਰਦਾਨਾ ਜੀ ਨੂੰ ਦਿੰਦਾ ਹੈ। ਗੁਰੂ ਨਾਨਕ ਜੀ ਕਹਿੰਦੇ ਨਹੀਂ, ਇਹ ਅਸੀਂ ਖਾ ਨਹੀਂ ਸਕਦੇ, ਇਹ ਪ੍ਰਵਾਨ ਨਹੀਂ ਤੇਰਾ। ਭਾਵ ਕੀ, ਤੂੰ ਰਾਤ ਨੂੰ ਚੋਰੀਆਂ ਕਰਦਾ, ਦਿਨੇ ਤੂੰ ਲੰਗਰ ਲਾ ਦਿੰਦਾ, ਉਸੇ ਪੈਸੇ ਵਿੱਚੋਂ ਕੁਝ ਹਿੱਸੇ ਦਾ। ਇਹ ਤਾਂ ਠੀਕ ਨਹੀਂ ਨਾ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜੀਐਸ ਹੋਰ। ਕਹਿਣ ਲੱਗਾ ਜੀ ਇਹ ਤਾਂ ਜੱਦੀ ਪੁਸ਼ਤੀ ਕੰਮ ਆ ਸਾਡਾ। ਚੋਰ ਵੀ ਐਵੇਂ ਕਹਿੰਦੇ ਨੇ, ਸਾਡਾ ਜੱਦੀ ਪੁਸ਼ਤੀ ਕੰਮ ਆ, ਮੈਂ ਛੱਡ ਨਹੀਂ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਚੱਲ ਤੂੰ ਜੇ ਨਹੀਂ ਛੱਡ ਸਕਦਾ, ਮੇਰੀਆਂ 3 ਗੱਲਾਂ ਨੂੰ ਤੂੰ ਮੰਨ ਲੈ। ਆਖਿਆ ਸੀ ਉਹ ਮੈਂ ਮੰਨ ਲੂੰਗਾ। ਬੜੇ ਪਿਆਰ ਨਾਲ ਆਖਿਆ ਸੀ। ਫਿਰ ਪਹਿਲਾਂ ਸਦਾ ਹੀ ਸੱਚ ਬੋਲੀ, ਕਦੇ ਝੂਠ ਨਾ ਬੋਲੀ। ਚੋਰੀ ਛੱਡਣ ਨੂੰ ਨਹੀਂ ਕਿਹਾ ਸੀ, ਸੱਚ ਬੋਲੀ। ਦੂਜੀ ਗੱਲ ਆਖਿਆ ਸੀ ਗਰੀਬਾਂ ਦੇ ਘਰ ਕਦੇ ਵੀ ਚੋਰੀ ਨਾ ਕਰੀ, ਗਰੀਬ ਮਾਰ ਨਾ ਕਰੀ, ਚੋਰੀ ਕਰਨੀ ਆ। ਤੀਸਰੀ ਗੱਲ ਆਖੀ ਸੀ ਜੇ ਕਿਸੇ ਦਾ ਨਮਕ ਖਾ ਲਵੇਂ ਕਿਸੇ ਘਰ ਦਾ, ਤੇ ਉਹ ਖਾ ਕੇ ਉਹਦਾ ਬੁਰਾ ਨਾ ਕਰੀ। ਤਾਂ ਭੂਮੀਏ ਚੋਰ ਨੇ 3 ਗੱਲਾਂ ਗੁਰੂ ਨਾਨਕ ਜੀ ਦੀਆਂ ਮੰਨ ਲੀਆਂ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਪਹਿਲੀ ਗੱਲ ਇਹ ਸੀ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਲੂਣ ਖਾਏ ਕਰੇ ਹਰਾਮ ਖੋਰੀ, ਇਹ ਵਾਲਾ ਨਹੀਂ ਕਰਨਾ। ਇਹ ਗੱਲਾਂ ਉਹਨੇ ਮੰਨੀਆਂ। ਗੁਰੂ ਮਹਾਰਾਜ ਫਿਰ ਉੱਥੋਂ ਚਲੇ ਜਾਂਦੇ ਨੇ। ਬਾਅਦ ਵਿੱਚ ਉਹਨੂੰ ਸਮਝਾ ਕੇ ਇਹਨੇ ਫਿਰ ਰਾਤ ਨੂੰ, ਇਹਦਾ ਸੁਭਾਅ ਸੀ ਚੋਰੀ ਕਰਨ ਗਿਆ, ਰਾਜੇ ਦੇ ਮਹਿਲਾਂ 'ਚ ਗਿਆ। ਕਿਸੇ ਨੇ ਪੁੱਛਿਆ ਚੌਬਦਾਰ ਨੇ, ਤੂੰ ਕੌਣ ਆ? ਜਿਹੜੇ ਅੱਗੇ ਖੜੇ ਹੁੰਦੇ ਨੇ, ਕਹਿੰਦਾ ਮੈਂ ਚੋਰ ਹਾਂ। ਗੁਰੂ ਨਾਨਕ ਜੀ ਦੀ ਗੱਲ ਯਾਦ ਆ ਗਈ, ਝੂਠ ਨਹੀਂ ਬੋਲਣਾ, ਸੱਚ ਕਹਿਤਾ ਕਿ ਮੈਂ ਚੋਰ ਹਾਂ। ਉਹ ਹੱਸਣ ਲੱਗ ਗਿਆ, ਕਹਿੰਦਾ ਚੋਰ ਕਦੇ ਨਹੀਂ ਕਹਿੰਦਾ ਮੈਂ ਚੋਰ ਹਾਂ, ਤੂੰ ਰਾਜੇ ਦਾ ਦੋਸਤ ਹੋਏਗਾ। ਉਹਨੇ ਕੁਝ ਨਹੀਂ ਕਿਹਾ, ਉਹਨੇ ਜਾਣ ਦਿੱਤਾ। ਅੰਦਰ ਆਇਆ, ਫਿਰ ਇਹਨੇ ਸਾਰੀਆਂ ਗੱਠੜੀਆਂ ਬੰਨ੍ਹ ਲਈਆਂ, ਸਭ ਕੁਝ ਸਮਾਨ ਬੰਨ੍ਹ ਲਿਆ। ਜਦੋਂ ਜਾਣ ਲੱਗਾ ਤੇ ਇੱਕ ਪਲੇਟ ਦੇ ਵਿੱਚ ਕੁਝ ਪਕਵਾਨ ਸੀ। ਦਿਲ ਕਰਿਆ ਆਇਆ ਮੈਂ ਖਾ ਲਵਾਂ, ਚੱਖ ਲਿਆ ਇਹਨੇ। ਉਹ ਦੇਖਿਆ ਉਹਦੇ ਵਿੱਚ ਲੂਣ ਸੀ, ਤਾਂ ਕਹਿਣ ਲੱਗਾ ਮੈਂ ਤਾਂ ਇੱਥੋਂ ਦਾ ਲੂਣ ਖਾ ਲਿਆ। ਗੁਰੂ ਨਾਨਕ ਜੀ ਦੀ ਗੱਲ ਯਾਦ ਆਈ ਕਿ ਨਹੀਂ, ਚੋਰੀ ਨਹੀਂ ਕਰਾਂਗਾ ਹੁਣ। ਜਿਸ ਘਰ ਦਾ ਲੂਣ ਖਾਧਾ ਉਹ ਮੈਂ ਖਾ ਕੇ ਹਰਾਮ ਨਹੀਂ ਕਰ ਸਕਦਾ, ਗੁਰੂ ਨਾਨਕ ਜੀ ਦਾ ਬਚਨ। ਤਾਂ ਉੱਥੇ ਬੰਨੀ ਬਣਾਈ ਪੋਟਲੀ ਛੱਡੀ ਤੇ ਵਾਪਸ ਆ ਗਿਆ। ਰਾਜੇ ਨੂੰ ਫਿਰ ਪਤਾ ਲੱਗਾ, ਉਹਨੇ ਬਹੁਤ ਹੀ ਢੂੰਡਿਆ ਭਾਲਿਆ ਕਿ ਇਹੋ ਜਿਹਾ ਬੰਦਾ ਕੌਣ ਆ ਜਿਹੜਾ ਸੱਚ ਬੋਲਦਾ, ਚੋਰੀ ਕਰਨ ਤੋਂ ਪਹਿਲਾਂ ਦੱਸਦਾ ਮੈਂ ਚੋਰ ਹਾਂ। ਬੰਨਿਆ ਬਣਾਇਆ ਸਮਾਨ ਛੱਡ ਜਾਂਦਾ, ਜਾ ਵੀ ਸਕਦਾ ਸੀ,
ਲੱਭਿਆ ਤੇ ਭੂਮੀ ਚੋਰ ਦੀ ਤਲਾਸ਼ ਹੋਈ। ਤਪਤੀਸ਼ ਹੋਈ, ਪੁੱਛਿਆ ਤੂੰ ਇਹ ਕੀ ਕੀਤਾ? ਦੱਸਿਆ ਮੈਂ ਗੁਰੂ ਨਾਨਕ ਜੀ ਦਾ ਸਿੱਖ ਹਾਂ, ਪਰ ਮੈਂ ਚੋਰ ਵੀ ਹਾਂ। 3 ਬਚਨ ਮੈਂ ਉਹਨਾਂ ਦੇ ਕਮਾਏ ਜ਼ਿੰਦਗੀ 'ਚ, ਸਦਾ ਸੱਚ ਬੋਲਾਂਗਾ, ਗਰੀਬਾਂ ਦੀ ਕਦੇ ਘਰ ਚੋਰੀ ਨਹੀਂ ਕਰਾਂਗਾ, ਤਾਂ ਹੀ ਤੁਹਾਡੇ ਆਇਆ ਸੀ। ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਾਂਗਾ, ਉਹਦੇ ਨਾਲ ਬੁਰਾ ਨਹੀਂ ਕਰਾਂਗਾ। ਇਹ 3 ਗੱਲਾਂ ਮੈਨੂੰ ਕਮਾਉਣੀਆਂ ਪੈ ਗਈਆਂ, ਮੈਂ ਫਿਰ ਚੋਰੀ ਨਹੀਂ ਕੀਤੀ। ਰਾਜਾ ਬਹੁਤ ਪ੍ਰਭਾਵਿਤ ਹੋਇਆ ਕਿ ਇੱਕ ਸੁੱਚਾ ਸੱਚਾ ਬੰਦਾ, ਇਹਦੀ ਮੈਨੂੰ ਇੱਥੇ ਲੋੜ ਆ ਦਰਬਾਰ 'ਚ। ਵਜ਼ੀਰ ਬਣਾ ਦਿੱਤਾ ਸੀ ਉਹਨੂੰ। ਭੂਮੀਆ ਜਿਹੜਾ ਚੋਰ ਸੀ, ਗੁਰੂ ਨਾਨਕ ਜੀ ਦੇ 3 ਬਚਨਾਂ ਨੂੰ ਮੰਨ ਕੇ ਰਾਜੇ ਦਾ ਵਜ਼ੀਰ ਬਣ ਗਿਆ ਸੀ। ਸਤਿਗੁਰ ਕੇ ਬਚਨ ਜਿਨ੍ਹਾਂ ਨੇ ਕਮਾਏ ਹਨ, ਉਹਨਾਂ ਦੀ ਜ਼ਿੰਦਗੀ ਬਦਲੀ ਆ। ਉਹ ਚੋਰ ਤੋਂ ਵਜ਼ੀਰ ਬਣ ਗਿਆ। ਇਸ ਕਰਕੇ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੱਟ ਤਾਰੇ ਭੱਟ ਤਾਰੇ, ਲੱਕੜੀ ਦੇ ਕੱਟ ਤਾਰੇ, ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਬੇਰੀ ਹੇਠ ਬੈਠੇ ਗੁਰੂ ਬੇਰੀ ਵੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋ ਜਾਮਦਾ। ਐਸੇ ਨੇ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੇ ਬੜੀਆਂ ਹੀ ਕਿਰਪਾ ਕੀਤੀ ਸੰਗਤ ਤੇ, ਸੇਵਕਾਂ ਤੇ, ਦਾਸਾਂ ਤੇ, ਜਿਨ੍ਹਾਂ ਦੀ ਜ਼ਿੰਦਗੀ ਬਦਲੀ। ਤਾਂ ਸਭ ਤੋਂ ਵੱਡੀ ਸੇਵਾ ਕੀ ਹੋ ਗਈ? ਲੰਗਰ ਤਾਂ ਉਹ ਵੀ ਚਲਾ ਰਿਹਾ ਸੀ, ਭੂਮੀਆ ਚੋਰ। ਗੁਰੂ ਦਾ ਬਚਨ ਮੰਨਣਾ ਸਭ ਤੋਂ ਵੱਡੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਸਭ ਤੋਂ ਵੱਡੀ ਸੇਵਾ ਕੀ ਆ? ਪਰਮਾਤਮਾ ਦਾ ਨਾਮ ਜਪਣਾ। ਦੁਨੀਆ ਦਾ ਸਭ ਤੋਂ ਔਖਾ ਕੰਮ ਕੀ ਆ? ਪਰਮਾਤਮਾ ਦਾ ਨਾਮ ਜਪਣਾ। ਆਖਣੇ ਔਖਾ ਸਾਚਾ ਨਾਮ। ਤਾਂ ਹੀ ਅਸੀਂ ਸੌਖੇ ਸੌਖੇ ਕੰਮ ਕਹਿੰਦੇ ਆ ਵੀ ਅਸੀਂ ਕਰ ਲੈਂਦੇ ਹਾਂ, ਔਖਾ ਕੰਮ ਰਹਿ ਜਾਂਦਾ, ਨਾਮ ਜਪਣਾ ਰਹਿ ਜਾਂਦਾ। ਤਾਂ ਹੀ ਆਖਣੇ ਔਖਾ ਸਾਚਾ ਨਾਮ। ਮੱਘਰ ਦੇ ਮਹੀਨੇ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ, ਤਿਨ ਦੁੱਖ ਨਾ ਕਬਹੂ ਉਤਰੈ, ਸੇ ਜਮ ਕੈ ਵਸ ਪੜੀਆਂ। ਇੰਨੀ ਠੰਡੀ ਰੁੱਤ ਹੁੰਦੀ ਆ, ਮਿੱਠੀ ਰੁੱਤ ਹੁੰਦੀ ਆ। ਗਰਮੀਆਂ 'ਚ ਤਾਂ ਪੱਖੇ ਚੱਲਦੇ ਨੇ, ਕੂਲਰ ਚੱਲਦੇ ਨੇ, ਮਨ ਇਕਾਗਰ ਹੀ ਨਹੀਂ ਹੁੰਦਾ। ਸਿਆਲਾਂ ਦੇ ਵਿੱਚ ਬਹੁਤ ਛੇਤੀ ਇਕਾਗਰਤਾ ਬਣ ਜਾਂਦੀ ਆ, ਜੇ ਕੋਈ ਚਾਹਵੇ। ਉਹਦੇ ਵਿੱਚ ਜੇ ਆ ਕੋਈ, ਨਹੀਂ ਤਾਂ ਕਹਿੰਦੇ ਬੰਦਾ ਸੁੱਖਾਂ ਵਿੱਚ ਹੀ ਡੁੱਬ ਕੇ ਮਰ ਜਾਂਦਾ। ਦੁੱਖ ਤਾਂ ਤੁਸੀਂ ਦੂਰ ਹੀ ਛੱਡੋ, ਨਾਮ ਤੋਂ ਬਿਨਾਂ ਬੰਦੇ ਸੁੱਖਾਂ 'ਚ ਹੀ ਡੁੱਬ ਜਾਂਦੇ ਨੇ। ਐਸੀ ਕਲਾ ਹੋਈ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਵਾਰ-ਵਾਰ ਜ਼ਿਕਰ ਕਰਨ ਦਾ ਮਤਲਬ ਇਹ ਹੁੰਦਾ ਤੁਸੀਂ ਇਹਨਾਂ ਨੂੰ ਖਰੀਦ ਕੇ ਪੜ੍ਹ ਲਵੋ। ਇਹ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਕਿੰਨੀਆਂ ਕਿਤਾਬਾਂ ਪੜ੍ਹਦਾ। ਇਹ ਬੱਚੇ ਜਿਹੜੇ ਆਉਂਦੇ ਨੇ, ਸਟੂਡੈਂਟ, ਉਹ ਖਰੀਦ ਕੇ ਪੜ੍ਹ ਸਕਦੇ ਨੇ। ਗੁਲਿਸਤਾਂ ਕਿਤਾਬ ਹੈ ਸ਼ੇਖ ਸਾਦੀ ਜੀ ਦੀ, ਕਹਾਣੀ ਉਹਦੇ ਵਿੱਚ ਇੱਕ ਬੜੀ ਸੋਹਣੀ ਲਿਖੀ ਆ। ਰੱਬ ਦੇ ਪਿਆਰੇ ਸਨ ਉਹ। ਕਹਿੰਦੇ ਇੱਕ ਬੰਦਾ ਸੀ, ਨਮਾਜ਼ੀ ਸੀ, ਤੇ ਉਹਦੇ ਨਾਲ ਟੋਲਾ ਜਾ ਰਿਹਾ ਸੀ। ਜਿਵੇਂ ਕਾਬੇ ਜਾਂਦੇ ਨੇ, ਮੱਕੇ ਜਾਂਦੇ ਨੇ ਮੁਸਲਮਾਨ ਵੀਰ, ਤੇ ਉਹਦੇ ਕੋਲ ਕੁਝ ਵੀ ਨਹੀਂ ਸੀ। ਪੈਰਾਂ 'ਚ ਜੋੜਾ ਨਹੀਂ, ਕੋਈ ਊਠ ਨਹੀਂ, ਕੋਈ ਸਾਜੋ ਸਮਾਨ ਨਹੀਂ, ਬਿਲਕੁਲ ਬੇਪਰਵਾਹ, ਬਿਲਕੁਲ ਬੇਪਰਵਾਹ ਜਿਹਾ ਇਨਸਾਨ ਜਾ ਰਿਹਾ ਸੀ। ਇੱਕ ਅਮੀਰ ਬੰਦਾ ਊਠ 'ਤੇ ਬੈਠ ਕੇ ਕਹਿਣ ਲੱਗਾ, ਮਹਾਤਮਾ ਜੀ ਬਾਟ ਬੜੀ ਲੰਮੀ ਆ, ਕਿਵੇਂ ਪਹੁੰਚੋਗੇ? ਕਿਵੇਂ ਪਹੁੰਚੋਗੇ? ਪੈਰਾਂ 'ਚ ਜੋੜਾ ਨਹੀਂ, ਕੋਈ ਘੋੜਾ ਨਹੀਂ, ਕੋਈ ਊਠ ਨਹੀਂ, ਦੁੱਖਾਂ ਨਾਲ ਹੀ ਮਰ ਜਾਓਗੇ। ਇਹ ਆਖਿਆ ਸੀ, ਦੁੱਖਾਂ ਦੇ ਨਾਲ ਹੀ ਮਰ ਜਾਓਗੇ, ਪਹੁੰਚਿਆ ਨਹੀਂ ਜਾਣਾ, ਬਾਟ ਬੜੀ ਲੰਮੀ ਹੈ। ਇਹ ਕਹਿਣ ਲੱਗਾ ਵੀ ਮਹਾਤਮਾ ਫਕੀਰ ਕਹਿਣ ਲੱਗਾ, ਮੈਂ ਮੰਨਦਾ ਮੇਰੇ ਕੋਲ ਕੋਈ ਘੋੜਾ ਨਹੀਂ, ਕੋਈ ਜੋੜਾ ਨਹੀਂ, ਕੋਈ ਊਠ ਨਹੀਂ, ਪਰ ਮੈਂ ਇੱਦਾਂ ਹੀ ਠੀਕ ਹਾਂ, ਮੈਂ ਇੱਦਾਂ ਹੀ ਠੀਕ ਹਾਂ। ਅਗਲੇ ਜਦੋਂ ਥੋੜ੍ਹੀ ਥੋੜ੍ਹੀ ਵਾਟ ਇਹਨਾਂ ਨੇ ਕੋਈ ਕੋਹ ਤੈਅ ਕੀਤੀ, ਅੱਗੇ ਇੱਕ ਬਾਗ ਆਇਆ। ਉਹਦੇ ਵਿੱਚ ਜਿਹੜਾ ਊਠ 'ਤੇ ਬੈਠਾ ਵਿਅਕਤੀ ਸੀ ਨਾ, ਤੇ ਉਹਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਮੌਤ ਹੋ ਗਈ। ਉਹਦੀ ਲਾਸ਼ ਉੱਥੇ ਸੀ ਤੇ ਲੋਕ ਇਕੱਠੇ ਹੋ ਗਏ ਕਿ ਕੀ ਹੋ ਗਿਆ। ਇਹ ਫਕੀਰ ਵੀ ਪਹੁੰਚ ਗਿਆ, ਕਹਿਣ ਲੱਗਾ ਕਮਾਲ ਦੀ ਗੱਲ ਹੋ ਗਈ। ਕਹਿੰਦਾ ਅਸੀਂ ਦੁੱਖਾਂ ਦੇ ਨਾਲ ਨਹੀਂ ਮਰੇ, ਤੂੰ ਊਠ 'ਤੇ ਬੈਠਾ ਹੀ ਮਰ ਗਿਆ, ਤੂੰ ਅਮੀਰੀ 'ਚ ਹੀ ਮਰ ਗਿਆ। ਤੂੰ ਕਹਿੰਦਾ ਸੀ ਨਾ ਤੇਰੇ ਕੋਲ ਜੋੜਾ ਨਹੀਂ, ਤੇਰੇ ਕੋਲ ਘੋੜਾ ਨਹੀਂ, ਤੇਰੇ ਕੋਲ ਊਠ ਨਹੀਂ। ਕਹਿੰਦਾ ਨਾ ਤਾਂ ਮੇਰੇ ਕੋਲ ਊਠ ਆ, ਨਾ ਮੈਂ ਊਠਾਂ ਵਾਂਗ ਸਮਾਨ ਲੱਦਿਆ ਆਪਦੇ ਉੱਪਰ। ਕਹਿੰਦਾ ਅਸੀਂ ਦੁੱਖਾਂ 'ਚ ਨਹੀਂ ਮਰੇ, ਤੂੰ ਊਠ 'ਤੇ ਬੈਠਾ ਹੀ ਮਰ ਗਿਆ ਹੈ।
ਕਹਿਣ ਦਾ ਭਾਵ ਇਹ ਆ ਵੀ ਕਈ ਸੁੱਖਾਂ 'ਚ ਮਰ ਜਾਂਦੇ ਨੇ, ਉਹਨਾਂ ਨੂੰ ਸੁੱਖਾਂ 'ਚ ਵੀ ਜਿਉਣਾ ਨਹੀਂ ਆਉਂਦਾ। ਨਾ ਤਾਂ ਅਸੀਂ ਦੁੱਖ ਸਹਿ ਸਕਦੇ ਹਾਂ, ਬਾਣੀ ਕਹਿੰਦੀ ਨਾ ਅਸੀਂ ਸੁੱਖ ਵੀ ਸਹਿ ਸਕਦੇ ਹਾਂ। ਸੁੱਖ 'ਚ ਅਸੀਂ ਪੈਰ ਹੀ ਛੱਡ ਜਾਂਦੇ ਹਾਂ, ਸੁੱਖ 'ਚ ਅਸੀਂ ਬਾਹਲਾ ਡੁੱਬਦੇ ਹਾਂ, ਦੁੱਖ 'ਚ ਤਾਂ ਫਿਰ ਵੀ ਮਾਲਕਾ ਤੇਰੀ ਯਾਦ ਆਉਂਦੀ ਆ। ਮੱਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ, ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਮੱਗਰ ਦਾ ਮਹੀਨਾ ਹੈ ਜਿਹੜਾ ਆਪਦੇ ਕੰਠ ਵਿੱਚ, ਗਲੇ ਵਿੱਚ ਮਾਲਕ ਨੂੰ ਯਾਦ ਰੱਖਦਾ ਹੈ। ਕਿਉਂਕਿ ਪਰਮਾਰਥ ਦੇ ਪਾਂਧੀਆਂ ਲਈ ਭਾਈ ਵੀਰ ਸਿੰਘ ਜੀ ਕਹਿੰਦੇ ਇੱਕ ਗੱਲ ਬੜੀ ਜ਼ਰੂਰੀ ਆ, ਦਿਲ ਵਿੱਚ ਉਹਦੀ ਯਾਦ ਹੋਵੇ, ਜ਼ੁਬਾਨ 'ਤੇ ਵੀ ਉਹਦਾ ਨਾਮ ਹੋਵੇ। ਦੋਨੇ ਗੱਲਾਂ ਜ਼ਰੂਰੀ ਨੇ, ਦਿਲ 'ਚ ਯਾਦ ਹੋਣੀ, ਮੁਖ 'ਤੇ ਰਾਮ ਹੋਣਾ, ਵਾਹਿਗੁਰੂ ਹੋਣਾ, ਅੱਲਾ ਹੋਣਾ ਬੜਾ ਜ਼ਰੂਰੀ ਆ। ਕਈ ਮੂੰਹ ਤੋਂ ਰਾਮ ਰਾਮ ਕਹੀ ਜਾਂਦੇ ਨੇ, ਉਹਨਾਂ ਦੇ ਦਿਲ 'ਚ ਨਹੀਂ ਹੁੰਦਾ, ਉਹ ਵੀ ਪ੍ਰਵਾਨ ਨਹੀਂ। ਕਈ ਦਿਲ 'ਚ ਯਾਦ ਤਾਂ ਰੱਖਦੇ ਨੇ ਪਰ ਮੂੰਹ ਤੋਂ ਨਹੀਂ ਜਪਦੇ, ਜੀਭ ਤੋਂ ਨਹੀਂ ਜਪਦੇ, ਉਹ ਬੈਰਾਗ ਤਾਂ ਰਹਿ ਜਾਊਗਾ, ਫਿਰ ਉਹ ਸਿਮਰਨ ਨਹੀਂ ਬਣਦਾ। ਦੋਨੋਂ ਚੀਜ਼ਾਂ ਬੜੀਆਂ ਜ਼ਰੂਰੀ ਨੇ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਵਾਹਿਗੁਰੂ ਦੀ ਬਾਣੀ ਰਤਨ ਹੈ, ਵਾਹਿਗੁਰੂ ਜਵੇਹਰ ਹੈ, ਲਾਲ ਹੈ। ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ। ਬਾਂਛੈ ਦੇ ਅਰਥ ਹੁੰਦੇ ਨੇ ਮੰਗਣਾ, ਲੋਟਾ ਫੜ ਕੇ ਜਿਵੇਂ ਭਿਖਾਰੀ ਨਹੀਂ ਮੰਗਦੇ, ਨਾਨਕ ਬਾਂਛੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਤੇਰੇ ਦਰ ਤੋਂ ਹੇ ਵਾਹਿਗੁਰੂ ਲੋਟਾ ਫੜ ਕੇ ਝੋਲੀ ਅੱਡ ਕੇ ਕੁਝ ਮੰਗਦਾ। ਉਹ ਕੀ ਆ? ਧੂੜ ਤਿੰਨ, ਰੱਬ ਦੇ ਪਿਆਰਿਆਂ ਦੀ ਧੂੜ ਮੈਨੂੰ ਦੇ, ਪ੍ਰਭ ਸਰਣੀ ਦਰ ਪੜੀਆਂ। ਭਾਈ ਨੰਦ ਲਾਲ ਜੀ ਮੈਂ ਅੱਗੇ ਵੀ ਜ਼ਿਕਰ ਕੀਤਾ, ਉਹ ਇਹੀ ਚੀਜ਼ ਕਹਿੰਦੇ ਨੇ, ਕਹਿੰਦੇ ਸਾਨੂੰ ਅੱਖਾਂ 'ਚ ਸੁਰਮਾ ਪਾਉਣ ਦੀ ਕੋਈ ਲੋੜ ਨਹੀਂ, ਆਪਦੀਆਂ ਗਜ਼ਲਾਂ 'ਚ ਕਹਿੰਦੇ ਨੇ ਰੱਬ ਦੇ ਪਿਆਰੇ ਜਿਹੜੇ ਰਾਹ 'ਤੇ ਤੁਰਦੇ ਨੇ, ਉਹ ਜਿਹੜੀ ਧੂੜ ਉੱਡਦੀ ਆ ਮੈਂ ਉਹਦਾ ਸੁਰਮਾ ਅੱਖਾਂ 'ਚ ਪਾ ਲੈਂਦਾ, ਆਹ ਕੱਜਲ ਦੀ ਮੈਨੂੰ ਲੋੜ ਨਹੀਂ ਪੈਂਦੀ। ਮੱਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਅਖੀਰਲੀ ਪੰਕਤੀ ਵਿੱਚ ਕਿਹਾ ਹੈ ਗੁਰੂ ਅਰਜਨ ਦੇਵ ਜੀ ਨੇ, ਜਿਹੜਾ ਮੱਗਰ ਦੇ ਇਹ ਮਹੀਨੇ ਵਿੱਚ ਇਕਾਗਰਤਾ ਬਣਾ ਕੇ ਮਾਲਕ ਨੂੰ ਯਾਦ ਕਰਦਾ ਹੈ, ਬਹੁੜ ਨਾ ਜਨਮੜੀਆਂ, ਉਹ ਵਾਰ-ਵਾਰ ਜਨਮਾਂ ਮਰਨਾਂ ਵਿੱਚ ਨਹੀਂ ਪੈਂਦਾ। ਮੱਗਰ ਪ੍ਰਭ ਆਰਾਧਨਾ। ਗੁਰੂ ਸਾਹਿਬ ਦੀ ਬਾਣੀ ਦਾ ਨਿਚੋੜ ਹੀ ਇਹ ਆ ਕਿ ਤੁਸੀਂ ਇੰਨੀ ਬਾਣੀ ਪੜ੍ਹੋ, ਇੰਨੀ ਇਕਾਗਰਤਾ ਨਾਲ ਪੜ੍ਹੋ, ਤੁਹਾਡਾ ਜਨਮ ਨਾ ਹੋਵੇ ਵਾਰ-ਵਾਰ। ਦੁਨੀਆ ਦਾ ਸਭ ਤੋਂ ਵੱਡਾ ਦੁੱਖ ਕੀ ਆ? ਮੇਰਾ ਵਾਰ-ਵਾਰ ਜਨਮ ਹੋ ਰਿਹਾ, ਮੈਂ ਮਰ ਜਾਵਾਂਗਾ, ਫਿਰ ਮੇਰਾ ਜਨਮ ਹੋ ਜਾਏਗਾ, ਫਿਰ ਮੈਂ ਮਰ ਜਾਵਾਂਗਾ। ਜਨਮ ਤੋਂ ਲੈ ਕੇ ਪੀੜਾ ਤੱਕ ਰੋਂਦਾ ਹੀ ਬੰਦਾ ਆਉਂਦਾ ਹੈ, ਰੋਂਦਾ ਹੀ ਜ਼ਿੰਦਗੀ ਜਿਉਂਦਾ ਹੈ, ਨਾਮ ਤੋਂ ਬਿਨਾਂ ਰੋਂਦਾ ਹੀ ਬੰਦਾ ਜਾਂਦਾ ਹੈ। ਇਸ ਕਰਕੇ ਭਗਤ ਕਹਿੰਦੇ ਨੇ ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜੇ ਜਨਮ ਹੋ ਗਏ, ਹੁਣ ਵਾਰ-ਵਾਰ ਮੈਥੋਂ ਇਹ ਚੀਜ਼ਾਂ ਹੋਣੀਆਂ ਨਹੀਂ। ਉਹ ਕਹਿੰਦੇ ਆਹੀ ਜਨਮ ਮੈਂ ਤੁਹਾਡੇ ਲੇਖੇ ਲਾ ਕੇ, ਇਹ ਮੱਗਰ ਦਾ ਮਹੀਨਾ ਹੈ, ਇਹਨੂੰ ਸਫਲ ਬਣਾਉਣਾ ਹੈ। ਸੋ ਗੁਰੂ ਮਹਾਰਾਜ ਜਿਹੜੇ ਨੇ ਸਾਡੇ 'ਤੇ ਕਿਰਪਾ ਹੀ ਕਰਨ। ਇਹ ਮੱਗਰ ਦਾ ਮਹੀਨਾ ਆਇਆ ਹੈ, ਸਮੁੱਚੇ ਨਗਰ ਵਾਸੀਆਂ ਲਈ ਇਹ ਬੜਾ ਹੀ ਸੁਹਾਵਣਾ ਭਰਿਆ ਹੋਵੇ। ਬੱਚਿਆਂ ਨੂੰ ਗੁਰੂ ਮਹਾਰਾਜ ਵਿੱਦਿਆ ਦਾ ਦਾਨ ਬਖਸ਼ਣ। ਵਿੱਦਿਆ ਤੀਜਾ ਨੇਤਰ ਹੈ, ਇਹਦੀ ਸਾਨੂੰ ਬੜੀ ਲੋੜ ਹੈ। ਫਸਲਬਾੜੀ 'ਤੇ ਕਿਰਪਾ ਕਰਨ। ਜੋ ਕਿਸਾਨ ਮਜ਼ਦੂਰ ਸੰਘਰਸ਼ ਚੱਲ ਰਿਹਾ, ਉਹਦੇ ਵਿੱਚ ਵੀ ਬਰਕਤਾਂ ਪਾਉਣ ਮਹਾਰਾਜ, ਉਹਦੇ ਵਿੱਚ ਸਾਡੀ ਚੜ੍ਹਦੀ ਕਲਾ ਹੋਵੇ। ਸੋ ਕੁਝ ਬੇਨਤੀਆਂ ਹਨ ਪਿਆਰਿਓ ਆਪ ਜੀ ਦੇ ਚਰਨਾਂ ਵਿੱਚ। ਸਾਰੀ ਸੰਗਤ ਜਾਣਦੀ ਹੈ ਇਸ ਗੱਲ ਨੂੰ ਕਿ ਆਪਾਂ ਹਰ ਸਾਲ ਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ। ਹਰ ਸਾਲ ਹੀ ਅਖੰਡ ਜਾਪ ਹੁੰਦੇ ਨੇ, ਨਗਰ ਕੀਰਤਨ ਸਜਾਇਆ ਜਾਂਦਾ ਹੈ। ਸੋ ਕੱਲ੍ਹ ਨੂੰ ਗੁਰੂ ਦੀ ਕਿਰਪਾ ਸਦਕਾ ਤੁਹਾਡੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਫਿਰ ਨਗਰ ਕੀਰਤਨ ਸਜਾਇਆ ਜਾਵੇਗਾ। ਸੋ ਜਿਹੜੇ ਰਸਤਿਆਂ ਵਿੱਚੋਂ ਪਾਤਸ਼ਾਹ ਜੀ ਲੰਘਦੇ ਹਨ, ਸੰਗਤ ਨੇ ਲੰਘਣਾ ਹੈ, ਤੁਸੀਂ ਉਹ ਜਾਣਦੇ ਹੋ ਸਾਰੇ ਰਸਤਿਆਂ ਨੂੰ, ਤਾਂ ਉਹਨਾਂ ਦੀ ਸਫਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਅਤੇ ਆਪਣੇ ਕੰਮਾਂ ਨੂੰ ਸੰਕੋਚ ਕੇ ਵੱਧ ਤੋਂ ਵੱਧ ਸਮਾਂ ਨਗਰ ਕੀਰਤਨ ਵਿੱਚ
ਤੇ ਅਖੰਡ ਪਾਠ ਸਾਹਿਬ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਪ੍ਰੇਮ ਸਹਿਤ ਬੇਨਤੀਆਂ ਹਨ। ਰਸਤਿਆਂ ਦੀ ਸਫਾਈ ਹੋਣੀ ਬੜੀ ਜ਼ਰੂਰੀ ਹੈ। ਜਿੱਥੋਂ ਗੁਰੂ ਮਹਾਰਾਜ ਨੇ ਤੇ ਗੁਰੂ ਦੀ ਸੰਗਤ ਨੇ ਲੰਘਣਾ ਹੈ। ਸੋ ਸਾਰੇ ਪੜਾਵਾਂ ਵਾਲੇ ਵੀਰ ਨੇ, ਸੇਵਾਦਾਰ ਨੇ, ਸਾਰਿਆਂ ਨੂੰ ਇਹ ਬੇਨਤੀਆਂ ਹਨ। ਤੇ ਹੁਮ ਹੁਮਾ ਕੇ ਜਿੱਦਾਂ ਆਪਾਂ ਕਿਸੇ ਦੇ ਵਿਆਹ ਦਾ ਕਾਰਡ ਆਉਂਦਾ ਆਪਾਂ ਭੱਜੇ ਜਾਂਦੇ ਹਾਂ, ਇਹ ਸਭ ਨੂੰ ਗੁਰੂ ਨਾਨਕ ਵੱਲੋਂ ਹੀ ਕਾਰਡ ਹੈ ਕਿ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਭਾਈ। ਸਭ ਨੇ ਕੰਮਾਂ ਨੂੰ ਸੰਕੋਚ ਲੈਣਾ ਹੈ। ਨਗਰ ਕੀਰਤਨ ਵਿੱਚ ਪਹੁੰਚ ਕੇ ਢਾਡੀ ਸਾਹਿਬਾਨ ਆ ਰਹੇ ਨੇ, ਉਹਨਾਂ ਤੋਂ ਆਪਾਂ ਗੁਰੂ ਦਾ ਇਤਿਹਾਸ ਸੁਣਨਾ ਹੈ। ਗੁਰੂ ਨਾਨਕ ਜੀ ਦੀਆਂ ਸਾਖੀਆਂ ਸੁਣਨੀਆਂ ਹਨ। ਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਕਰਨ। ਮੱਘਰ ਦਾ ਮਹੀਨਾ ਸਾਰਿਆਂ ਲਈ ਖੇੜਿਆਂ ਭਰਿਆ ਹੋਵੇ, ਇਹ ਬੇਨਤੀਆਂ ਆਪ ਜੀ ਪ੍ਰਵਾਨ ਕਰੋ। ਆਓ ਹੁਣ ਰਲ ਕੇ ਵਾਹਿਗੁਰੂ ਕਹੀਏ, ਸਦਾ ਸੁਖੀ ਰਹੀਏ। ਵਾਹਿਗੁਰੂ ਜਪੀਏ, ਕਦੇ ਵੀ ਨਾ ਅੱਕੀਏ। ਵਾਹਿਗੁਰੂ ਜਪੀਏ, ਕਦੇ ਵੀ ਨਾ ਥੱਕੀਏ। ਮੱਘਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜੀਆਂ। ਰਲ ਕੇ ਆਓ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਰਬੱਤ ਦਾ ਹੀ ਭਲਾ ਹੋਵੇ ਜੀ। ਦੇਹੋ ਸੱਜਣ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ